ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਪਰ ਵੀ ਕਾਂਗਰਸ ਰਾਜਨੀਤੀ ਕਰਨ ਤੋਂ ਸਿਆਸਤ ਕਰਨ ਤੋਂ ਬਾਜ ਨਹੀਂ ਆ ਰਹੀ ਹੈਗੀ। ਗੋਲਡੀ ਬਰਾੜ ਜਿਹੜਾ ਕਿ ਇਸ ਗੁਨਾਹ ਦਾ ਮੁੱਖ ਮੁਲਜ਼ਮ ਹੈਗਾ, ਜਿਸ ਨੇ ਜ਼ਿੰਮੇਵਾਰੀ ਲਈ ਸੀਗੀ, ਉਹਦੇ ਐਕਸਟ੍ਰੈਡੀਸ਼ਨ ਪ੍ਰੋਸੈਸ ਹੈ ਜਿਹੜਾ ਕੈਨੇਡਾ ਤੋਂ ਭਾਰਤ ਲੈ ਕੇ ਆਉਣ ਦਾ, ਉਹ ਚੱਲ ਰਿਹਾ ਹੈ। ਹੁਣ ਮੈਨੂੰ ਇੱਕ ਗੱਲ ਸਮਝ ਆਉਂਦੀ ਕਿ ਇੰਨੀਆਂ ਕਾਰਵਾਈਆਂ ਹੋਣ ਦੇ ਬਾਵਜੂਦ ਵੀ ਕਿਵੇਂ ਕਾਂਗਰਸ ਵਾਲੇ ਸਾਥੀ ਨੇ ਜਿਹੜੇ ਉਹ ਇਸ ਗੱਲ ਨੂੰ ਦੇ ਵਿੱਚ ਆਪਦੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਦੋ ਗਨਮੈਨ ਉਹਨਾਂ ਕੋਲੇ ਉਸ ਵੇਲੇ ਸੀਗੇ, ਉਹਨਾਂ ਨੂੰ ਕਿਹੜਾ ਉਹ ਨਾਲ ਲੈ ਕੇ ਗਏ? ਜਿਹੜੀ ਲੈਟ ਮੀ ਕੰਪਲੀਟ, ਜਿਹੜੀ ਉਹਨਾਂ ਕੋਲ ਬੁਲੇਟ ਪ੍ਰੂਫ ਗੱਡੀ ਸੀਗੀ, ਉਹ ਕਿਹੜਾ ਉਹ ਨਾਲ ਲੈ ਕੇ ਗਏ? ਦੇਖੋ, ਇਸ ਤਰ੍ਹਾਂ ਕਿ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਪਰ ਵੀ ਕਾਂਗਰਸ ਰਾਜਨੀਤੀ ਕਰਨ ਤੋਂ ਸਿਆਸਤ ਕਰਨ ਤੋਂ ਬਾਜ ਨਹੀਂ ਆ ਰਹੀ ਹੈਗੀ। ਔਰ ਸਿੱਧੂ ਮੂਸੇਵਾਲੇ ਦੇ ਕਤਲ ਦਾ ਦਰਦ ਹੈ ਜਿਹੜਾ ਉਹ ਕੱਲੇ ਉਹਨਾਂ ਦੇ ਪਰਿਵਾਰ ਨੂੰ, ਕੱਲੇ ਉਹਨਾਂ ਦੇ ਮਾਪਿਆਂ ਨੂੰ ਨਹੀਂ, ਸਮੁੱਚੇ ਪੰਜਾਬ ਨੂੰ, ਸਮੁੱਚੀ ਦੁਨੀਆ ਨੂੰ, ਕਿਉਂਕਿ ਆਪਾਂ ਸਾਰੇ ਵੀ ਉਹਨਾਂ ਦੇ ਤੇ ਉਹਨਾਂ ਦੇ ਗਾਣਿਆਂ ਦੇ ਬਹੁਤ ਵੱਡੇ ਫੈਨ ਸੀਗੇ ਤੇ ਰਹਾਂਗੇ ਹਮੇਸ਼ਾ। ਪਰ ਅਫਸੋਸ ਇਹ ਹੈ ਕਿ ਉਸ ਅਨਫੋਰਚੂਨੇਟ ਘਟਨਾ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਜੀ ਦਾ ਕਤਲ ਹੋਇਆ, ਉਸ ਤੋਂ ਬਾਅਦ ਹੁਣ ਤੱਕ 40 ਬੰਦੇ ਨੇ ਜਿਹੜੇ ਕਲਪਰੇਟ ਨੇ, ਜਿਹੜੇ ਗੁਨਾਹਗਾਰ ਨੇ, ਉਹ ਹੁਣ ਤੱਕ ਇਸ ਕੇਸ ਦੇ ਵਿੱਚ ਨੋਮੀਨੇਟ ਹੋ ਚੁੱਕੇ, ਜਿਨ੍ਹਾਂ ਵਿੱਚੋਂ 29 ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ, ਸਲਾਖਾਂ ਦੇ ਪਿੱਛੇ ਨੇ। 2 ਪੁਲਿਸ ਐਨਕਾਊਂਟਰ ਦੇ ਵਿੱਚ ਮਾਰੇ ਜਾ ਚੁੱਕੇ ਨੇ। ਜਿਹੜੇ 9 ਬਚਦੇ ਨੇ ਉਹਨਾਂ ਵਿੱਚੋਂ 6 ਨੇ ਜਿਹੜੇ ਉਹ ਬਾਹਰ ਨੇ, ਔਰ 3 ਦਾ ਰੋਲ ਹੈ ਜਿਹੜਾ ਉਹ ਅੰਡਰ ਇਨਵੈਸਟੀਗੇਸ਼ਨ ਹੈ। ਜਿਹੜੇ 6 ਬਾਹਰ ਨੇ, ਬਾਹਰਲੇ ਮੁਲਕਾਂ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਵੀ 4 ਨੇ ਜਿਹੜੇ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ, ਔਰ ਬਾਕੀ ਜਿਹੜੇ 2 ਰਹਿੰਦੇ ਨੇ ਉਹਨਾਂ ਦੇ ਜਿਹੜੀ ਰੋਲ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੈ। 2 ਚਾਰਜ ਸ਼ੀਟਸ ਨੇ ਜਿਹੜੀਆਂ ਉਹ ਆਲਰੇਡੀ ਫਾਈਲ ਹੋ ਚੁੱਕੀਆਂ ਨੇ। ਗੋਲਡੀ ਬਰਾੜ ਜਿਹੜਾ ਕਿ ਇਸ ਗੁਨਾਹ ਦਾ ਮੁੱਖ ਮੁਲਜ਼ਮ ਹੈਗਾ, ਜਿਸ ਨੇ ਜ਼ਿੰਮੇਵਾਰੀ ਲਈ ਸੀਗੀ, ਉਹਦੇ ਐਕਸਟ੍ਰੈਡੀਸ਼ਨ ਪ੍ਰੋਸੈਸ ਹੈ ਜਿਹੜਾ ਕੈਨੇਡਾ ਤੋਂ ਭਾਰਤ ਲੈ ਕੇ ਆਉਣ ਦਾ, ਉਹ ਚੱਲ ਰਿਹਾ ਹੈ। ਪਰ ਸਟੇਟ ਗਵਰਨਮੈਂਟ ਡਾਇਰੈਕਟਲੀ ਨਹੀਂ ਲਿਆ ਸਕਦੀ ਹੈਗੀ, ਉਹ ਥਰੂ ਸੈਂਟਰਲ ਗਵਰਨਮੈਂਟ ਰੂਟ ਕਰਨਾ ਪੈਂਦਾ ਪ੍ਰੋਸੈਸ, ਤੇ ਇਹਦੇ ਕਰਕੇ ਸਮਾਂ ਜਿਹੜਾ ਥੋੜਾ ਲੱਗ ਰਿਹਾ ਹੈ। ਸਚਿਨ ਬਿਸ਼ਨੋਈ ਨਾਂ ਦਾ ਇੱਕ ਹੋਰ ਗੁਨਾਹਗਾਰ, ਉਹ ਅਜ਼ਰਬੈਜਾਨ ਦੇ ਵਿੱਚ ਆਲਰੇਡੀ ਉਹ ਅਰੈਸਟ ਕੀਤਾ ਜਾ ਚੁੱਕਿਆ, ਉਹਨੂੰ ਲਿਆਉਣ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ। ਹੁਣ ਮੈਨੂੰ ਇੱਕ ਗੱਲ ਸਮਝ ਆਉਂਦੀ ਕਿ ਇੰਨੀਆਂ ਕਾਰਵਾਈਆਂ ਹੋਣ ਦੇ ਬਾਵਜੂਦ ਵੀ ਕਿਵੇਂ ਕਾਂਗਰਸ ਵਾਲੇ ਸਾਥੀ ਨੇ ਜਿਹੜੇ ਉਹ ਇਸ ਗੱਲ ਨੂੰ ਦੇ ਵਿੱਚ ਆਪਦੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਮੈਨੂੰ ਇਹ ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ, ਨਹੀਂ ਹੋਣਾ ਚਾਹੀਦਾ ਹੈਗਾ। ਪਰ ਬਲਕੌਰ ਸਿੰਘ ਕਹਿੰਦੇ ਨੇ ਕਿ ਕਨਸਪੀਰੇਟਰ ਜੋ ਨੇ ਇਸ ਕਤਲ ਦੇ, ਉਹ ਦੇਸ਼ ਦੇ ਵਿੱਚ ਹੀ ਨੇ, ਉਹਨਾਂ ਦੇ ਨਾਂ ਵੀ ਦੱਸੇ ਗਏ ਨੇ ਉਹਨਾਂ ਵੱਲੋਂ। ਨਹੀਂ, ਕੌਣ ਉਹਨਾਂ ਤੇ ਕਾਰਵਾਈ? ਦੇਖੋ, ਇਸ ਤਰ੍ਹਾਂ ਹੈ ਕਿ ਕਤਲ ਜਦੋਂ ਹੋਇਆ ਉਹਦੇ ਅੱਧੇ ਘੰਟੇ ਬਾਅਦ ਗੋਲਡੀ ਬਰਾੜ ਨੇ ਇਹ ਜ਼ਿੰਮੇਵਾਰੀ ਲਈ, ਔਰ ਉਸ ਤੋਂ ਕੜੀ ਦੇ ਨਾਲ ਕੜੀ ਜੁੜਦੀ ਗਈ ਤੇ 40 ਬੰਦੇ ਉਸੇ ਕਰਕੇ ਨੋਮੀਨੇਟ ਹੋਏ ਨੇ। ਜਾਂ ਤਾਂ ਉਹ ਕੋਈ ਸਪੈਸੀਫਿਕ ਦੱਸਿਆ ਜਾਵੇ ਕਿ ਇਸ ਬੰਦੇ ਨੇ ਕਨਸਪੀਰੇਸੀ ਕੀਤੀ ਹੈ, ਉਹਦਾ ਰੋਲ ਹੈ। ਉਹਨਾਂ ਨੇ ਕੁਝ ਕਲਾਕਾਰਾਂ ਦਾ ਜ਼ਿਕਰ ਵੀ ਕੀਤਾ ਕੱਲ ਉਚੇਚੇ ਤੌਰ ਤੇ। ਦੇਖੋ, ਇਸ ਤਰ੍ਹਾਂ ਗੱਲ ਇਹ ਹੈ ਕਿ ਲਾਅ ਆਫ ਲੈਂਡ ਪ੍ਰੀਵੇਲ ਕਰਦਾ ਹੈ। ਕੌਣ ਇੰਡੀਵਿਜੂਅਲੀ ਕੀ ਕਹਿੰਦਾ ਹੈ, ਜੇ ਤਾਂ ਉਹਨਾਂ ਕੋਲੇ ਕੋਈ ਫੈਕਟਸ ਹੈਗੇ ਉਹ ਦੇਣ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ, ਉਹਦੇ ਉੱਪਰ ਐਗਜ਼ਾਮੀਨੇਸ਼ਨ ਹੋ ਜਾਏਗੀ। ਪਰ ਸਿਰਫ ਔਰ ਸਿਰਫ ਨਾਮ ਲਏ ਦੇ ਨਾਲ ਤਾਂ ਆਪਾਂ ਕਾਨੂੰਨ ਨੂੰ ਲਾਂਭੇ ਕਰਕੇ ਤੇ ਸਿਰਫ ਕਿਸੇ ਇੱਕ ਜਣੇ ਦੇ ਨਾਲ ਰੋਲ ਕੀ ਰਿਹਾ ਉਹ ਇਨਵੈਸਟੀਗੇਟ ਕੀਤਾ ਜਾ ਸਕਦਾ ਹੈ। ਪਰ ਸਿੱਧੇ ਆਪਾਂ ਕਹੀਏ ਵੀ ਇਹ ਕਨਸਪੀਰੇਟਰ, ਮੈਂ ਸਮਝਦਾ ਕਿ ਇਹ ਨਹੀਂ ਹੋਣਾ ਚਾਹੀਦਾ ਹੈਗਾ। ਮਾਲੀ ਕਿ ਵਿਰੋਧੀਆਂ ਤੋਂ ਕੋਈ ਹੋਰ ਮਸਲਾ ਨਹੀਂ ਹੈਗਾ, ਇਸੇ ਕਰਕੇ ਇਸ ਮਸਲੇ ਉਹਨਾਂ ਕੋਲ ਹੋਰ ਕੋਈ ਮਸਲਾ ਨਹੀਂ ਹੈਗਾ ਜੀ। ਉਹ ਬਿਨਾਂ ਗੱਲ ਤੋਂ ਹਰੇਕ ਗੱਲ ਦਾ, ਔਰ ਇਹੋ ਜਿਹੇ ਦੁਖਾਂਤ ਦਾ ਕਿ ਜਿਹਦਾ ਜਵਾਨ ਪੁੱਤ ਚਲਾ ਗਿਆ ਹੋਵੇ, ਉਹਨਾਂ ਦੇ ਉੱਪਰ ਵੀ ਰਾਜਨੀਤੀ ਕਰਨ ਤੋਂ ਕਾਂਗਰਸ ਵਾਲੇ ਬਾਜ ਨਹੀਂ ਆਉਂਦੇ ਹੈਗੇ। ਮੈਂ ਸਮਝਦਾ ਕਿ ਬਹੁਤ ਅਨਫੋਰਚੂਨੇਟ ਹੈ। ਭਗਵੰਤ ਮਾਨ ਜੀ ਦੀ ਸਰਕਾਰ ਆ ਪਹਿਲੇ ਦਿਨ ਤੋਂ, ਔਰ ਮੈਂ ਸਦਨ ਦੇ ਅੰਦਰ ਵੀ ਕਿਹਾ ਕਿ ਇਹ ਜਿਹੜੇ ਜਿੰਨੇ ਲਾਅ ਐਂਡ ਆਰਡਰ ਦੇ ਕੋਈ ਇਸ਼ੂਜ਼ ਹੋਏ ਨੇ, ਜਿੰਨੇ ਗੈਂਗਸਟਰਸ ਦੇ ਇਸ਼ੂ ਹੋਏ ਨੇ, ਇਹ ਕੋਈ ਇੱਕ ਦਿਨ ਦੇ ਵਿੱਚ ਤਾਂ ਭਗਵੰਤ ਮਾਨ ਜੀ ਦੇ ਆਉਣ ਤੋਂ ਬਾਅਦ ਗੈਂਗਸਟਰ ਪੈਦਾ ਨਹੀਂ ਹੋ ਗਏ। ਇਹ ਪਿਛਲੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਸੀਗੇ, ਜਿਨ੍ਹਾਂ ਨੂੰ ਅਸੀਂ ਚੁਗਣ ਲੱਗੇ ਹੋਏ ਹਾਂ। ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੱਠਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ, ਤੇ ਉਹੀ ਸਾਡੀ ਸਰਕਾਰ ਕਰ ਰਹੀ ਹੈ। ਅੱਜ ਜਿਹੜਾ ਜੇ ਆਪਾਂ ਗੈਂਗਸਟਰਸ ਨੂੰ ਫੰਡ ਦੀ ਗੱਲ ਕਰ ਲਈਏ, ਉਹਨਾਂ ਨੂੰ ਐਲੀਮੀਨੇਟ ਕਰਨ ਦੀ ਗੱਲ ਕਰ ਲਈਏ, ਮਾਫੀਆ ਦੇ ਉੱਪਰ ਸਖਤੀ ਕਰਨ ਦੀ ਗੱਲ ਕਰ ਲਈਏ, ਤੇ 1 ਸਾਲ ਦਾ ਸਾਡਾ ਰਿਕਾਰਡ ਹੈ ਜਿਹੜਾ ਭਗਵੰਤ ਮਾਨ ਜੀ ਸਰਕਾਰ ਦਾ ਉਹ ਬੋਲਦਾ। ਸੋ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਨਫ਼ਰਤਾਂ ਫੈਲਾਉਣ ਦਾ ਕੰਮ, ਪੰਜਾਬ ਨੂੰ ਗੁੰਮਰਾਹ ਕਰਨ ਦਾ ਕੰਮ ਹੈ, ਉਹ ਕਿਰਪਾ ਕਰਕੇ ਨਾ ਕਰਨ। ਮੰਤਰੀ ਸਾਹਿਬ, ਮੂਸੇਵਾਲੇ ਦੇ ਮਾਤਾ ਪਿਤਾ ਇਹ ਵੀ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕੀਤੀ, ਨਸ਼ਰ ਕੀਤੀ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਸਰਕਾਰ ਚ। ਦੇਖੋ ਇਸ ਤਰ੍ਹਾਂ ਹੈ ਕਿ ਉਹਨਾਂ ਦੀ ਗੱਲ ਨੂੰ ਮੈਂ ਗਲਤ ਨਹੀਂ ਕਹਿੰਦਾ ਹੈਗਾ, ਕੋਈ ਵੀ ਮਾਪਾ ਇਹ ਗੱਲ ਕਹਿ ਸਕਦਾ। ਪਰ ਸਵਾਲ ਇਹ ਹੈ ਕਿ ਸਿਕਿਉਰਿਟੀਆਂ ਨੇ ਜਿਹੜੀਆਂ ਉਹ ਅੱਜ ਪਹਿਲੀ ਵਾਰ ਨਹੀਂ ਹੋਇਆ, 20 ਵਾਰੀ ਪਹਿਲਾਂ ਹੋਇਆ ਹੈ ਕਿ ਸਿਕਿਉਰਿਟੀਆਂ ਮਿਲਦੀਆਂ ਵੀ ਨੇ, ਸਿਕਿਉਰਿਟੀਆਂ ਵਿਡਰਾਅ ਵੀ ਹੁੰਦੀਆਂ ਨੇ। ਤੇ ਇਹਦੇ ਵਿੱਚ ਇਹੋ ਜਿਹਾ ਵੀ ਕੁਝ ਨਹੀਂ ਹੁੰਦਾ ਹੈਗਾ ਕਿ ਜਿਹੜਾ ਅੰਦਰ ਪਰਦੇ ਦੇ ਵਿੱਚ ਰੱਖਿਆ ਗਿਆ ਹੋਵੇ, ਹਮੇਸ਼ਾ ਪਬਲਿਕ ਡੋਮੇਨ ਦੇ ਵਿੱਚ ਵੀ ਆਉਂਦਾ ਹੈ।
ਬਹੁਤ ਸਾਰੇ ਲੀਡਰ ਤੁਸੀਂ ਇਹੋ ਜਿਹੇ ਵੀ ਦੇਖੇ ਹੋਣਗੇ ਕਿ ਜਦੋਂ ਸਿਕਿਉਰਿਟੀ ਵਿਡਰਾਅ ਹੋ ਜਾਂਦੀ ਹੈ ਉਹ ਸਰਕਾਰੀ ਦਰਬਾਰੇ ਸਿਕਿਉਰਿਟੀ ਲੈਣ ਦੇ ਲਈ ਫਿਰਦੇ ਵੀ ਰਹਿੰਦੇ ਨੇ, ਅਖਬਾਰਾਂ ਦੇ ਵਿੱਚ ਵੀ ਲਾਉਂਦੇ ਨੇ ਵੀ ਸਾਡੇ ਨਾਲ ਸਰਕਾਰ ਧੱਕਾ ਕਰੇ, ਸਾਡੀ ਸਿਕਿਉਰਿਟੀ ਵਿਡਰਾਅ ਹੋਈ। ਕਈ ਤਾਂ ਤੁਸੀਂ ਹਾਈ ਕੋਰਟਾਂ ਦੇ ਸੁਪਰੀਮ ਕੋਰਟਾਂ ਦੇ ਵਿੱਚ ਵੀ ਜਾਂਦੇ ਦੇਖੇ ਹੋਣਗੇ, ਜਿਹੜੇ ਸਿਕਿਉਰਿਟੀ ਵਿਡਰਾਅ ਹੋ ਗਈ ਜਾਂ ਘਟ ਗਈ ਉਹਨੂੰ ਜਾ ਕੇ ਆਪ ਡਿਸਕਲੋਜ਼ ਕਰਦੇ ਨੇ। ਔਰ ਜਿੱਥੋਂ ਤੱਕ ਵਿਡਰਾਅ ਦਾ ਗੱਲ ਹੈ ਇਹ ਵੀ ਫੈਕਚੁਅਲੀ ਇਨਕਰੈਕਟ ਹੈ। ਇਹ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ 4 ਵਿੱਚੋਂ 2 ਪਾਰਸ਼ਲ ਤੌਰ ਦੇ ਉੱਪਰ ਵਿਡਰਾਅ ਹੋਏ ਸੀਗੇ ਤੇ ਜਿਹੜੇ 2 ਸੀਗੇ ਮੈਂ ਪੁੱਛਣਾ ਚਾਹੁੰਦਾ, ਮੈਂ ਕਹਿੰਦਾ ਵੀ ਉਹ ਸਾਡੇ ਛੋਟੇ ਵੀਰ ਦੇ ਜਾਣ ਦਾ ਦੁੱਖ ਦਰਦ ਜਿਹੜਾ ਉਹ ਅਕਹਿ ਤੇ ਅਸਹਿ ਹੈ, ਪਰ ਜਿਹੜੇ 2 ਗਨਮੈਨ ਉਹਨਾਂ ਕੋਲੇ ਉਸ ਵੇਲੇ ਸੀਗੇ ਉਹਨਾਂ ਨੂੰ ਕਿਹੜਾ ਉਹ ਨਾਲ ਲੈ ਕੇ ਗਏ? ਜਿਹੜੀ ਲੈਟ ਮੀ ਕੰਪਲੀਟ, ਜਿਹੜੇ ਉਹਨਾਂ ਕੋਲ ਬੁਲੇਟ ਪ੍ਰੂਫ ਗੱਡੀ ਸੀਗੀ ਉਹ ਕਿਹੜਾ ਉਹ ਨਾਲ ਲੈ ਕੇ ਗਏ? ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਬਹੁਤ ਮੰਦਭਾਗਾ, ਬਹੁਤ ਅਨਫੋਰਚੂਨੇਟ, ਬਹੁਤ ਦੁਖਦਾਈ ਭਾਣਾ ਪੰਜਾਬ ਦੇ ਵਿੱਚ ਵਾਪਰ ਚੁੱਕਿਆ। ਹੁਣ ਉਹਦੇ ਉੱਪਰ ਕਾਂਗਰਸ ਘੱਟੋ ਘੱਟ ਰਾਜਨੀਤੀ ਰੋਟੀਆਂ ਸੇਕਣਾ ਕੰਮ ਨਾ ਕਰੇ। ਤੁਸੀਂ ਕਿਹਾ ਕਿ ਅਕਾਲੀਆਂ ਦੇ ਕਾਂਗਰਸੀਆਂ ਦੇ ਅਸੀਂ ਕੰਡੇ ਚੁੱਕ ਰਹੇ ਹਾਂ, ਉਹ ਕਹਿੰਦੇ ਸਾਲ ਹੋਣ ਵਾਲਾ ਹੋ ਗਿਆ, ਕਿੰਨਾ ਤੁਹਾਨੂੰ ਟਾਈਮ ਲੱਗਣਾ ਇਹ ਕਲੀਅਰ ਕਰਨ ਦੇ ਵਿੱਚ? ਕਹਿੰਦੇ ਹੁਣ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੋ। ਅਸੀਂ ਕਿੱਥੇ ਭੱਜ ਰਹੇ ਹਾਂ? ਤੁਸੀਂ ਅੱਜ ਵੀ ਐਨਸੀਆਰਬੀ ਦਾ ਰਿਕਾਰਡ ਹੈ ਜਿਹੜਾ ਉਹ ਚੱਕ ਕੇ ਦੇਖ ਲਓ, ਮੇਰੇ ਕੋਲ ਲਿਸਟ ਪਈ ਆ ਅੰਦਰ। ਅੱਜ ਵੀ ਜਿਹੜਾ ਕ੍ਰਾਈਮ ਰੇਟ ਹੈ ਉਹ ਪੰਜਾਬ ਦੇ ਵਿੱਚ 2010 ਤੋਂ ਲੈ ਕੇ, ਉਹ ਜੇ ਡੇਲੀ ਮਰਡਰਸ ਦੀ ਆਪਾਂ ਗੱਲ ਕਰ ਲਈਏ 2010 ਤੋਂ ਲੈ ਕੇ 2022 ਤੱਕ ਪੰਜਾਬ ਦੇ ਵਿੱਚ ਸਭ ਤੋਂ ਘੱਟ ਜੇ 12 ਸਾਲਾਂ ਦੇ ਵਿੱਚ ਕੋਈ ਡੈਥਸ ਪਰ ਮਰਡਰਸ ਪਰ ਡੇ ਹੋਏ ਨੇ ਤੇ ਉਹ ਪੰਜਾਬ ਦੇ ਵਿੱਚ ਹੋਏ ਨੇ। ਇਹ ਤੋਂ ਪਹਿਲਾਂ ਸਾਰੇ ਸਾਲਾਂ ਦੇ ਵਿੱਚ ਵੱਧ ਹੁੰਦੇ ਰਹੇ ਨੇ। ਐਨਸੀਆਰਬੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਜਿੱਥੇ ਕ੍ਰਾਈਮ ਦੀ ਗੱਲ ਆ ਜਾਂਦੀ ਹੈ ਤੇ ਪੰਜਾਬ ਉਹਦੇ ਵਿੱਚ ਦੂਸਰੇ ਵੀ ਸਭ ਤੋਂ ਘੱਟ ਕ੍ਰਾਈਮ ਕਿੱਥੇ ਹੈ, ਉਹਦੇ ਚ ਦੂਜੇ ਨੰਬਰ ਤੇ ਆਉਂਦਾ ਹੈ। ਜਿਹੜੀਆਂ ਇਹਨਾਂ ਦੀਆਂ ਆਪਦੀਆਂ ਸਟੇਟਾਂ ਨੇ ਐਮਪੀ ਤੇ ਛੱਤੀਸਗੜ੍ਹ ਵਗੈਰਾ ਕਾਂਗਰਸ ਰੂਲਡ, ਉੱਥੇ ਅੱਜ ਵੀ ਉਹ 16ਵੇਂ ਨੰਬਰ ਤੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਕੱਖ ਨਹੀਂ ਕਰ ਰਹੇ। ਅਰੋੜਾ ਸਾਹਿਬ, ਇੱਕ ਸਿਆਸਤ ਦੀ ਗੱਲ ਹੋ ਰਹੀ ਹੈ, ਸਿਆਸਤ ਨੂੰ ਛੱਡ ਕੇ ਜੇ ਅਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਜ਼ਿਕਰ ਕਰੀਏ, ਉਹ ਸਾਫ਼ ਤੌਰ ਤੇ ਉਹਨਾਂ ਨੇ ਇੱਕ ਮੰਗ ਕੀਤੀ ਕਿ ਹੋਰ ਕੁਝ ਨਹੀਂ ਕਰਨਾ, ਟਾਈਮ ਬਾਉਂਡ ਕਰ ਦਿਓ ਵੀ ਕਦੋਂ ਤੱਕ ਐਕਸ਼ਨ ਹੋ ਜਾਊਗਾ, ਸਾਨੂੰ ਇਨਸਾਫ ਦੇਖੋ ਇਸੇ 'ਚ ਐਡ ਹੋਣਾ ਕਿ ਉਹਨਾਂ ਨੂੰ ਜਸਟੀਫਾਈ ਕਰ ਦੋਗੇ, ਉਹਦੀ ਤਸੱਲੀ ਕਰਵਾ ਦੋਗੇ ਕਿ ਦੇਖੋ ਮੇਰੀ ਗੱਲ ਸਮਝੋ ਇੱਕ ਮਿੰਟ। ਮੈਂ ਤੁਹਾਨੂੰ ਕਿਹਾ ਵੀ 40 ਦੇ ਵਿੱਚੋਂ ਜਿਹੜੇ 40 ਬੰਦੇ ਨੋਮੀਨੇਟ ਹੋਏ ਉਹਨਾਂ ਦੇ ਵਿੱਚੋਂ 31 ਜਾਂ ਫੜੇ ਜਾ ਚੁੱਕੇ ਜਾਂ ਮਾਰੇ ਜਾ ਚੁੱਕੇ, 6 ਬਾਹਰਲੀ ਧਰਤੀ ਦੇ ਉੱਪਰ ਬੈਠੇ ਨੇ। ਉਹਨਾਂ ਨੂੰ ਐਕਸਟ੍ਰੈਡਾਈਟ ਕਰਨ ਦਾ, ਉਹਨਾਂ ਨੂੰ ਉੱਥੋਂ ਲੈ ਕੇ ਆਉਣ ਦਾ ਪ੍ਰੋਸੈਸ ਚੱਲ ਰਿਹਾ। ਉਹ ਸੈਂਟਰਲ ਗਵਰਨਮੈਂਟ ਦੇ ਹੱਥ 'ਚ ਹੈ, ਸਟੇਟ ਗਵਰਨਮੈਂਟ ਇੱਕ ਹੱਦ ਤੱਕ ਰੋਲ ਅਦਾ ਕਰ ਸਕਦੀ ਹੈ। ਹੁਣ ਜਿਹੜੀ ਚੀਜ਼ ਅੱਜ ਸਟੇਟ ਗਵਰਨਮੈਂਟ ਦੇ ਹੱਥ ਦੇ ਵਿੱਚ ਹੀ ਨਹੀਂ ਹੈਗੀ ਵੀ ਕਿਹੜੀ ਡੇਟ ਤੱਕ ਅਜ਼ਰਬੈਜਾਨ ਦੇ ਵਿੱਚੋਂ ਜਾਂ ਕੈਨੇਡਾ ਦੇ ਵਿੱਚੋਂ ਗੁਨਾਹਗਾਰ ਆ ਜਾਣਗੇ, ਉਹਨੂੰ ਅਮਨ ਅਰੋੜਾ ਜਾਂ ਪੰਜਾਬ ਸਰਕਾਰ ਕਿਵੇਂ ਟਾਈਮ ਬਾਉਂਡ ਕਰ ਸਕਦੀ ਹੈ? ਸੋ ਪਲੀਜ਼ ਲੈਟਸ ਬੀ ਵੈਰੀ ਕਲੀਅਰ, ਆਪਾਂ ਚੀਜ਼ਾਂ ਨੂੰ ਇਹਨਾਂ ਦੇ ਕਹੇ ਆ ਕੇ ਉਲਝਾਈਏ ਨਾ। ਅਸੀਂ ਸਾਡੇ ਵੱਲੋਂ ਕੋਈ ਕਸਰ ਨਾ ਬਾਕੀ ਪਹਿਲਾਂ ਛੱਡੀ ਗਈ ਸੀ ਤੇ ਨਾ ਅੱਗੇ ਨੂੰ ਛੱਡੀ ਜਾਊਗੀ। ਦੇਖੋ ਇਸ ਤਰ੍ਹਾਂ ਹੈ ਕਿ ਮੈਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ, ਮੈਂ ਕਦੇ ਨਿੱਜੀ ਜ਼ਾਤੀ ਗੱਲ ਨਹੀਂ ਕਰਦਾ ਹੈਗਾ, ਐਲੀਗੇਸ਼ਨ ਨਹੀਂ ਕਰਦਾ, ਕਿਉਂਕਿ ਜਦੋਂ ਲੀਡਰ ਲੋਕ ਜ਼ਾਤੀ ਗੱਲਾਂ ਕਰਨ ਲੱਗ ਜਾਣ ਤੇ ਉਦੋਂ ਲੋਕਾਂ ਦੇ ਪਬਲਿਕ ਦੇ ਮੁੱਦੇ ਨੇ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਹੁੰਦੇ ਨੇ। ਇਹ ਗੱਲ ਮੈਨੂੰ ਉਦੋਂ ਇਸ ਕਰਕੇ ਕਹਿਣੀ ਪਈ ਕਿਉਂਕਿ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਰਾਜਾ ਵੜਿੰਗ ਜੀ, ਕਾਂਗਰਸ ਦੇ ਪ੍ਰਧਾਨ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇਹ ਕਹਿੰਦੇ ਨੇ ਕਿ ਜਿਹੜੇ ਉਹਨਾਂ ਨੇ ਨਾਂ ਲਏ ਬਲਤੇਜ ਪੰਨੂ ਦਾ ਤੇ ਇੱਕ ਹੋਰ ਵਿਅਕਤੀ ਦਾ, ਕਿ ਉਹਨਾਂ ਨੂੰ ਵੀ ਤੁਸੀਂ ਅਰੈਸਟ ਕਰ ਲਓ, ਉਹਨਾਂ ਨੂੰ ਵੀ ਨਾਮਜ਼ਦ ਕਰੋ ਪਰਚੇ ਦੇ ਵਿੱਚ, ਘੱਟੋ ਘੱਟ ਉਹਨਾਂ ਨੂੰ ਨਾਮਜ਼ਦ ਕਰਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਕਲੇਜੇ ਠੰਡ ਤਾਂ ਪਾ ਦਿਓ। ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਫਿਰ ਮੈਂ ਉਹਨਾਂ ਨੂੰ ਯਾਦ ਕਰਾਇਆ ਕਿ ਮੇਰੇ ਵੀਰ ਰਾਜਾ ਜੀ ਐ ਨਾ ਕਰੋ ਕਿ ਆਪਾਂ ਕਾਨੂੰਨ ਨੂੰ ਪਾਸੇ ਰੱਖ ਕੇ ਆਪਾਂ ਜੇ ਕਲੇਜੇ ਠੰਡ ਪਾਉਣ ਵਾਲੇ ਪਾਸੇ ਚੱਲ ਪਏ ਸਰਕਾਰ ਤੇ ਫਿਰ ਤਾਂ ਕਾਨੂੰਨ ਕਿਸੇ ਨੇ ਮੰਨਣਾ ਹੀ ਨਹੀਂ। ਮੈਂ ਯਾਦ ਕਰਾਇਆ ਅੱਜ ਤੋਂ 3 ਸਾਲ ਪਹਿਲਾਂ ਜਦੋਂ ਕੋਟਕਪੂਰਾ ਦੇ ਵਿੱਚ ਇੱਕ ਕਰਨ ਕਟਾਰੀਆ ਨਾਮ ਦਾ ਠੇਕੇਦਾਰ, ਉਹਨੇ ਆਪਦੇ 2 ਬੱਚਿਆਂ ਦੇ ਗੋਲੀ ਮਾਰੀ, ਆਪਦੀ ਵਾਈਫ ਦੇ ਗੋਲੀ ਮਾਰੀ ਤੇ ਫਿਰ ਮੁੜ ਕੇ ਆਪ ਸੁਸਾਈਡ ਕਰ ਗਿਆ। ਉਹਦੀ ਵਾਈਫ ਬਚ ਗਈ ਤੇ ਉਹਦੀ ਵਾਈਫ ਨੇ ਮੁੜ ਕੇ ਐਲੀਗੇਸ਼ਨ ਲਗਾਇਆ, ਕਿਹਾ ਕਿ ਮੇਰੇ ਹਸਬੈਂਡ ਦੀ ਔਰ ਮੇਰੇ ਬੱਚਿਆਂ ਦੇ ਮਰਡਰ ਦੇ ਪਿੱਛੇ ਰਾਜਾ ਵੜਿੰਗ ਜ਼ਿੰਮੇਵਾਰ ਨੇ ਤੇ ਇਹਨਾਂ ਦਾ ਸਾਲਾ ਜਿਹੜਾ ਡਿੰਪੀ ਵਿਨਾਇਕ ਉਹ ਜ਼ਿੰਮੇਵਾਰ ਨੇ। ਮੈਂ ਫਿਰ ਪੁੱਛਣਾ ਚਾਹੁੰਦਾ ਰਾਜਾ ਵੜਿੰਗ ਜੀਆਂ ਨੂੰ ਕਿ ਜੇ ਆਪਾਂ ਕਿਸੇ ਦੇ ਕਹਾਏ ਜੇ ਆਪਾਂ ਨੋਮੀਨੇਟ ਕਰਨ ਲੱਗ ਜੇ ਸਰਕਾਰ ਤੇ ਫਿਰ ਤਾਂ ਰਾਜਾ ਵੜਿੰਗ ਜੀ ਵੀ ਅੰਦਰ ਹੋਣਗੇ। ਇਹ ਤਾਂ ਨਹੀਂ ਨਾ ਹੋਣਾ ਚਾਹੀਦਾ ਹੈਗਾ। ਪਿਛਲੀ ਸਰਕਾਰ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ ਹੁਣ ਇਹੋ ਜਿਹੀਆਂ ਗੱਲਾਂ ਜੇ ਆਪਾਂ ਕਰਾਂਗੇ, ਮੇਰੇ ਕਹਿਣ ਦਾ ਮਤਲਬ ਹੈ ਕਿ ਤੱਥਾਂ ਦੇ ਆਧਾਰ ਦੇ ਉੱਪਰ ਗੱਲ ਕਰਨੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਕਿਸੇ ਦੇ ਕਹੇ ਆਪਾਂ ਜੇ ਐਂ ਨੋਮੀਨੇਟ ਬੇਗੁਨਾਹ ਨੂੰ ਨੋਮੀਨੇਟ ਜੇ ਕਰਨ ਲੱਗੇ ਫਿਰ ਕੱਲ ਨੂੰ ਮੀਡੀਆ ਇਹ ਕਹੂਗਾ ਕਿ ਤੁਸੀਂ ਬੇਗੁਨਾਹਾਂ ਦੇ ਨਾਲ ਧੱਕਾ ਕਰ ਰਹੇ ਹੋ। ਸੋ ਮੇਰੇ ਖਿਆਲ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ, ਕਾਨੂੰਨ ਹੈ ਜਿਹੜਾ,
ਉਹਦਾ ਰਾਜ ਹੋਣਾ ਚਾਹੀਦਾ, ਨਾ ਕਿ ਕਿਸੇ ਦੀਆਂ ਵਿਮਸ ਐਂਡ ਫੈਂਸੀਜ਼ ਦਾ। ਇਸ ਤੋਂ ਇਲਾਵਾ ਆਰਡੀਐਫ ਤੇ ਐਮਡੀਐਫ ਦਾ ਇਸ਼ੂ ਹੈ। ਕਹਦਾ ਜੀ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈ ਉਸ ਵਿੱਚ ਤੁਸੀਂ ਅਮੈਂਡਮੈਂਟ ਵੀ ਵਿਧਾਨ ਸਭਾ ਦੇ ਵਿੱਚ ਕਰ ਦਿੱਤੀ ਹੈ, ਉਹ ਆਰਡੀਐਫ ਜਿਹੜਾ ਹੈ ਉਹ ਰਿਲੀਜ਼ ਨਹੀਂ ਕੀਤਾ। ਦੇਖੋ, ਇਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਯੂਪੀਏ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੇ ਨਾਲ ਮਤਰੇਈ ਵਾਲਾ ਸਲੂਕ ਕਰਦੀਆਂ ਰਹੀਆਂ ਨੇ, ਤੇ ਹੁਣ ਲੰਬੇ ਸਮੇਂ ਤੋਂ ਬੀਜੇਪੀ ਰੂਲਡ ਸੈਂਟਰਲ ਗਵਰਨਮੈਂਟ ਜਿਹੜਾ ਉਹ ਮਤਰੇਈ ਵਾਲਾ ਸਲੂਕ ਹੈ ਜਿਹੜਾ ਉਹ ਕਰਦੇ ਆ ਰਹੇ ਨੇ। ਪੰਜਾਬ ਦਾ 3 ਫਸਲਾਂ ਦਾ ਤਕਰੀਬਨ 3000 ਕਰੋੜ ਹੈ ਜਿਹੜਾ ਉਹ ਆਰਡੀਐਫ ਦਾ ਕੇਂਦਰ ਸਰਕਾਰ ਨੇ ਰੋਕ ਰੱਖਿਆ, ਜਿਹਦੀ ਵਜ੍ਹਾ ਕਰਕੇ ਪੰਜਾਬ ਦਾ ਜਿਹੜਾ ਰੂਰਲ ਇਨਫਰਾਸਟ੍ਰਕਚਰ ਹੈ, ਚਾਹੇ ਉਹ ਸੜਕਾਂ ਨੇ ਤੇ ਚਾਹੇ ਮੰਡੀਆਂ ਨੇ, ਉਹਦੇ ਉੱਪਰ ਇੰਪੈਕਟ ਹੈ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ। ਇਸੇ ਵਜ੍ਹਾ ਕਰਕੇ ਕਿਉਂਕਿ ਪੈਸੇ ਪਿੱਛੋਂ ਨਹੀਂ ਦੇ ਰਹੀ ਹੈਗੀ ਸੈਂਟਰਲ ਗਵਰਨਮੈਂਟ, ਪੰਜਾਬ ਮੰਡੀ ਬੋਰਡ ਹੈ ਜਿਹੜਾ ਉਹਦੇ ਵੀ ਕਿਸ਼ਤਾਂ ਨੇ ਜਿਹੜੀਆਂ ਉਹ ਡਿਫਾਲਟ ਹੋ ਰਹੀਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਦੇ ਬਾਰੇ ਮੁੱਖ ਮੰਤਰੀ ਸਾਹਿਬ ਕਈ ਵਾਰੀ ਮਸਲਾ ਚੱਕ ਚੁੱਕੇ, ਸਟੇਟ ਗਵਰਨਮੈਂਟ ਔਰ ਐਗਰੀਕਲਚਰ ਮਿਨਿਸਟਰ ਸਾਹਿਬ ਕਈ ਵਾਰੀ ਚੱਕ ਚੁੱਕੇ। ਉਹਨਾਂ ਨੂੰ ਅਸੀਂ ਦੁਬਾਰਾ ਬੇਨਤੀ ਕਰਦੇ ਹਾਂ ਕਿ ਇਸ ਤਰੀਕੇ ਨਾਲ ਤੁਸੀਂ ਫੈਡਰਲ ਸਟਰਕਚਰ ਨੂੰ ਢਾਹ ਨਾ ਲਾਓ। ਸਾਡਾ ਬਣਦਾ ਹੱਕ ਹੈ ਜਿਹੜਾ ਉਹ ਚਾਹੇ ਇਹਦੇ ਵਿੱਚ ਹੈ ਤੇ ਚਾਹੇ ਜਿਹੜਾ ਤੁਸੀਂ ਹੈਲਥ ਵਾਲੇ ਫੰਡਸ ਦੀ ਗੱਲ ਕੀਤੀ ਹੈ, ਇਹ ਜਲਦ ਤੋਂ ਜਲਦ ਰਿਲੀਜ਼ ਕਰੋ, ਨਹੀਂ ਕਿਤੇ ਐ ਨਾ ਹੋਵੇ ਕਿ ਸਾਨੂੰ ਇਹਨਾਂ ਆਪਦੇ ਹੱਕੀ ਮੰਗਾਂ ਵਾਸਤੇ ਵੀ ਮੁੜ ਦੁਬਾਰਾ ਕੋਰਟ ਦੇ ਵਿੱਚ ਜਾਣਾ ਪਵੇ। ਹਾਂਜੀ, ਇਸ ਵਿੱਚ ਅਕਾਲੀ ਦਲ ਤੇ ਇੱਕ ਵਾਰ ਹੋਰ ਹੈ ਕਿ ਗਿਆਨੀ ਹਰਪ੍ਰੀਤ ਹੋਰਾਂ ਨੇ ਕਿਹਾ ਹੈ ਕਿ ਅਕਾਲੀ ਦਲ ਕਿਸੇ ਵਕਤ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਹੁੰਦੀ ਸੀ, ਉਹ ਸਰਮਾਏਦਾਰਾਂ ਦੀ ਪਾਰਟੀ ਹੁੰਦੀ ਹੈ। ਸਾਨੂੰ ਬੈਕ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ। ਗਿਆਨੀ ਹਰਪ੍ਰੀਤ ਜੀ ਨੇ ਕਿਹਾ, ਹਾਂਜੀ, ਬੜੀ ਚੰਗੀ ਗੱਲ ਹੈ ਜੀ, ਮੈਂ ਸਵਾਗਤ ਕਰਦਾ। ਅਸੀਂ ਤਾਂ ਇਹ ਗੱਲ ਬੜੀ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਸਿਰਫ ਔਰ ਸਿਰਫ ਧਨਾਡਾਂ ਦੀ ਤੇ ਸਰਮਾਏਦਾਰਾਂ ਦੀ ਤੇ ਕੁਝ ਕੁ ਪਰਿਵਾਰਾਂ ਦੀ ਪਾਰਟੀ ਹੈ ਜਿਹੜੀ ਉਹ ਅਕਾਲੀ ਦਲ ਬਣ ਕੇ ਰਹਿ ਗਿਆ। ਮੈਂ ਸਮਝਦਾ ਕਿ ਜੇ ਤਾਂ ਸਮਝ ਹੋਈ ਅਕਾਲੀ ਦਲ ਵਾਲਿਆਂ ਨੂੰ ਤੇ ਉਹਨਾਂ ਦੀ ਗੱਲ ਦੇ ਉੱਪਰ, ਗਿਆਨੀ ਦੀ ਗੱਲ ਦੇ ਉੱਪਰ ਵਿਚਾਰ ਕਰਕੇ ਆਪਦੇ ਅੰਦਰ ਝਾਤ ਮਾਰਨਗੇ ਤੇ ਆਪਦੇ ਬੇਸਿਕ ਇਸ਼ੂਜ਼ ਦੇ ਉੱਪਰ, ਮੁੱਦਿਆਂ ਦੇ ਉੱਪਰ ਮੁੜ ਕੇ ਦੁਬਾਰਾ ਜਾਣਗੇ। ਤੇ ਜੇ ਨਾ ਸਮਝ ਹੋਈ ਤੇ ਫਿਰ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਜੀਆਂ ਦੇ ਵੀ ਦਿਨ ਗਿਣਤੀ ਦੀ ਰਹਿਣ ਦੇਣਗੇ ਤੇ ਬਹੁਤਾ ਲੰਬਾ ਸਮਾਂ ਉਹਨਾਂ ਨੂੰ ਵੀ ਚੱਲਣ ਦੇਣਾ।